ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜ਼ਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੁਗਰੀ ਲੁਧਿਆਣਾ ਵਿਖੇ ਸੁਭਾਇਮਾਨ ਬਹੁਤ ਹੀ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਪ੍ਰਾਤः ਕਾਲ ਆਰਾਮ ਦਾ ਤਿਆਗ ਕਰਦਿਆਂ ਹੋਇਆਂ ਨਿਜ ਘਰਾਂ ਤੋਂ ਗੁਰੂ ਘਰ ਵਿੱਚ ਆ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਹੋ ਕੇ ਗੁਰੂ ਸਵਾਰਿਆਂ ਦੀ ਮੁਬਾਰਕ ਰਸਨਾ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਦਾਸ ਨੇ ਪਰਸੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸਾਧ ਸੰਗਤ ਆਉਣ ਵਾਲੀ 17 ਨਵੰਬਰ ਨੂੰ ਸਿੱਖ ਪੰਥ ਦੇ ਬਾਨੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਉਤਸਵ ਆ ਰਿਹਾ ਹੈ। ਔਰ ਅਰਜ਼ ਕੀਤੀ ਸੀ ਵੀ ਜਦੋਂ ਅਸੀਂ ਗੁਰਪੁਰਬ ਵਾਲੇ ਦਿਨ ਇੱਕ ਦਿਨ ਗੁਰੂ ਸਾਹਿਬ ਦੇ ਜੀਵਨ ਤੇ ਵਿਚਾਰਾਂ ਕਰਨੇ ਆ ਤੇ ਉਹ ਸਮਾਂ ਬਹੁਤ ਥੋੜਾ ਪੈ ਜਾਂਦਾ ਹੈ, ਕਿਉਂਕਿ ਹਜ਼ੂਰ ਦਾ ਜੋ ਪਵਿੱਤਰ ਇਤਿਹਾਸ ਹੈ ਉਹ ਬੜਾ ਲੰਬੇਰਾ ਹੈ। ਇਸ ਵਾਸਤੇ ਉਹਨੂੰ ਵਿਚਾਰਨ ਲਈ ਸਮਾਂ ਵੀ ਕੁਝ ਜ਼ਿਆਦਾ ਚਾਹੀਦਾ ਹੈ। ਭਾਵੇਂ ਫਿਰ ਵੀ ਹਜ਼ੂਰ ਦੇ ਜੋ
ਇਤਿਹਾਸ ਵਿੱਚ ਮਿਹਰਾਮਤਾਂ ਨੇ, ਉਹਨਾਂ ਦੀ ਮੁਕੰਮਲ ਬਿਆਨਬਾਜ਼ੀ ਇਸ ਕਰਕੇ ਵੀ ਨਹੀਂ ਹੋ ਸਕਦੀ ਵੀ ਇਤਿਹਾਸਕਾਰ ਜਿਹੜੇ ਇਤਿਹਾਸ ਨੂੰ ਸਾਂਭਦੇ ਨੇ ਉਹ ਜਿਸ ਮਹਾਂਪੁਰਸ਼ ਦਾ ਇਤਿਹਾਸ ਸਾਧ ਸੰਗਤ ਲਿਖ ਰਹੇ ਹੁੰਦੇ ਨੇ ਨਾ, ਉਹਦੇ ਜੀਵਨ ਚੋਂ ਕੁਝ ਖਾਸ ਘਟਨਾਵਾਂ ਦਾ ਉਹ ਜ਼ਿਕਰ ਕਰਦੇ ਨੇ, ਹਰੇਕ ਗੱਲ ਦਾ ਜ਼ਿਕਰ ਨਹੀਂ ਕਰਦੇ। ਮਸਲਨ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਚਰਨ ਪਏ ਨੇ, ਕਈ ਥਾਵਾਂ ਤੇ ਗੁਰਦੁਆਰੇ ਬਣੇ ਨੇ। ਬੜੇ ਹੀ ਜ਼ਹੀਨ ਬੁੱਧੀ, ਰੋਸ਼ਨ ਦਿਮਾਗ ਔਰ ਬਾਰੀਕ ਅਕਲ ਦੇ ਮਾਲਕ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਜੀਵਨੀ ਲਿਖੀ ਤੇ ਉਹ ਕਹਿੰਦੇ ਨੇ ਵੀ ਮੇਰਾ ਮਤ ਹੈ ਵੀ ਸਤਿਗੁਰੂ ਜੀ ਪੈਦਲ ਯਾਤਰਾ ਕਰਦੇ ਸਨ ਔਰ ਕਰੀਬ 3 ਕੋਹ ਜਾਂ 3 ਮੀਲ ਦੀ ਦੂਰੀ ਤੇ ਉਹ ਪੜਾਅ ਕਰ ਲੈਂਦੇ ਸਨ। ਉੱਥੇ ਉਹ ਸੰਗਤ ਕਰਦੇ, ਪ੍ਰਚਾਰ ਕਰਦੇ, ਕਿਤੇ ਥੋੜਾ ਅਟਕਦੇ, ਕਿਤੇ ਜ਼ਿਆਦਾ ਅਟਕਦੇ ਔਰ ਫਿਰ ਅੱਗੇ ਰੁਖਸਤ ਹੋ ਜਾਂਦੇ। ਹੁਣ ਉਹ ਪੂਰੇ ਕਿਸ ਤਾਰੀਖ ਨੂੰ ਕਿੱਥੇ ਕਿੱਥੇ ਅਟਕੇ ਉਹ ਸਾਡੇ ਕੋਲ ਇਤਿਹਾਸ ਨਹੀਂ, ਪਰ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖਤ ਪੜ੍ਹਨੇ ਆ ਤੇ ਉਹ ਦਿਨ, ਵਾਰ, ਤਰੀਕ, ਸਮਾਂ ਔਰ ਮੁਕਾਮ ਦੱਸਦੇ ਨੇ ਵੀ ਇੱਥੋਂ ਦੀ ਸਤਿਗੁਰੂ ਲੰਘੇ ਨੇ ਤੇ ਇੱਥੇ ਅਟਕਣ ਦੀ ਉਮੀਦ ਹੈ, ਕਿਉਂਕਿ ਉਹਨਾਂ ਦਿਨਾਂ ਵਿੱਚ ਭੂਗੋਲਿਕ ਪ੍ਰਸਥਿਤੀਆਂ ਵਿੱਚ ਇਹ ਨਗਰ ਸਨ ਤੇ ਇਹ ਨਗਰ ਨਹੀਂ ਸਨ। ਬੜੀ ਸੁੰਦਰ ਉਹਨਾਂ ਦੀ ਖੋਜ ਹੈ। ਪਰ ਖਾਸ ਘਟਨਾਵਾਂ ਦਾ ਜ਼ਿਕਰ ਗਿਆਨੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਔਰ ਹੋਰ ਜਿਹੜੇ ਇਤਿਹਾਸਕਾਰ ਨੇ, ਮਹਿਮਾ ਪ੍ਰਕਾਸ਼ ਦੇ ਇੱਕ ਲੇਖਕ ਨੇ ਸਾਧ ਸੰਗਤ, ਇਹ ਸੂਰਜ ਪ੍ਰਕਾਸ਼ ਤੋਂ ਵੀ ਪਹਿਲਾਂ ਇਹ ਗ੍ਰੰਥ ਹੋਂਦ ਵਿੱਚ ਆਇਆ। ਇਹ ਸੱਜਣ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ ਨਾਮ ਹੈ ਬਾਬਾ ਸਰੂਪ ਦਾਸ ਭੱਲਾ। ਬਾਬਾ ਸਰੂਪ ਦਾਸ ਭੱਲਾ ਜੀ ਗੁਰੂ ਅਮਰਦਾਸ ਦੇ ਵੰਸ਼ਜ ਨੇ, ਤੋਂ ਉਹਨਾਂ ਨੇ ਇਹ ਪਾਵਨ ਗ੍ਰੰਥ ਜਿਹੜਾ ਹੈ ਉਹ ਸੂਰਜ ਪ੍ਰਕਾਸ਼ ਤੋਂ ਵੀ ਪਹਿਲਾਂ ਲਿਖ ਦਿੱਤਾ ਸੀ। ਤੋਂ ਕੁਝ ਖਾਸ ਘਟਨਾਕ੍ਰਮ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ 'ਚ ਨੇ, ਉਹਨਾਂ ਦੇ ਉੱਤੇ ਅਸੀਂ ਇੱਕ ਪੰਛੀ ਝਾਤ ਮਾਰਦੇ ਅੱਗੇ ਚੱਲਾਂਗੇ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਔਰ ਆਓ ਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇਨ, ਬਾਬਿਆਂ ਦੀਆਂ ਕਹਾਣੀਆਂ ਲਾਇਕ ਬਣਾ ਦਿੰਦੀਆਂ ਨੇ, ਮਨੁੱਖ ਦੇ ਜੀਵਨ ਵਿੱਚ ਚੰਗਿਆਈਆਂ ਆਉਣ ਲੱਗ ਪੈਂਦੀਆਂ ਨੇ ਔਰ ਚੰਗੇ ਇਤਿਹਾਸ ਨੂੰ, ਚੰਗੇ ਸਾਹਿਤ ਨੂੰ ਪੜ੍ਹ ਕੇ ਸੁਣ ਕੇ ਉਹਦਾ ਚੰਗਾ ਹੋਣ ਤੇ ਦਿਲ ਕਰਦਾ ਹੈ। ਤੋ ਆਓ ਸਾਧ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਜੀਵਨ ਵਿੱਚੋਂ ਕੁਝ ਹੋਰ ਕਥਾ, ਕੁਝ ਹੋਰ ਸਾਖੀਆਂ, ਕੁਝ ਹੋਰ ਇਤਿਹਾਸਕ ਤੱਥ ਅਸੀਂ ਸਾਰੇ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਵਿਚਾਰੀਏ। ਇਸ ਤੋਂ ਪਹਿਲਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਅਗਲੀ ਬੇਨਤੀ ਕਰੇ। ਆਓ ਸਾਧ ਸੰਗਤ ਜੀ, ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਪਿਆਰ ਭਿੱਜ ਖੁੱਭ ਕੇ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਦੇ ਹੋਏ ਸੇਵਾਦਾਰ ਨੂੰ ਅਗਲੇਰੀ ਵਿਚਾਰ ਸ਼ੁਰੂ ਕਰਨ ਦੀ ਆਗਿਆ ਦਿਓ ਜੀ। ਤੇ ਸਾਰੀ ਸੰਗਤ ਪਿਆਰ ਸਤਿਕਾਰ ਨਾਲ ਕਰੋ ਉਚਾਰਨ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਪਨ ਜੇ ਅਸੀਂ ਪੜ੍ਹੀਏ ਤੇ ਗਿਆਨੀ ਸੰਤੋਖ ਸਿੰਘ ਉਹਨਾਂ ਨੇ ਛੋਟੀਆਂ ਕਈ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਜਿਹੜੀਆਂ ਆਪਣੀ ਬੁੱਕਲ 'ਚ ਬੜੀਆਂ ਮਹੱਤਵਪੂਰਨ ਗੱਲਾਂ ਲੁਕਾ ਕੇ ਬੈਠੀਆਂ ਨੇ। ਪਰ 2 ਘਟਨਾਕ੍ਰਮ, ਇੱਕ ਹਜ਼ੂਰ ਦੀ ਸਰੀਰਕ ਆਰਬਲਾ ਜਦੋਂ 7 ਵਰਿਆਂ ਦੀ ਸੀ ਤੇ ਇੱਕ ਹਜ਼ੂਰ ਦੀ ਆਰਬਲਾ ਜਦੋਂ 9 ਵਰਿਆਂ ਦੀ ਸੀ। ਇਹ 2 ਘਟਨਾਕ੍ਰਮ ਉਲੇਖਨੀय ਨੇ, ਕਾਬਿਲੇ ਵਿਚਾਰ ਨੇ। ਕਹਿੰਦੇ ਨੇ ਜਦੋਂ 7 ਕੁ ਵਰਿਆਂ ਦੀ ਹਜ਼ੂਰ ਦੀ ਉਮਰ ਹੋਈ ਤੇ ਮਹਿਤਾ ਕਲਿਆਣ ਦਾਸ ਜੀ ਦੇ ਮਨ ਵਿੱਚ ਇੱਕ ਵਿਚਾਰ ਆਇਆ। ਕੰਨ ਤੇ ਮਨ ਦੋਵੇਂ ਦਾਸ ਵੱਲ ਦਿਆ ਜੇ, ਕਿਉਂਕਿ ਸਮਾਂ ਬੇਸ਼ਕੀਮਤੀ ਹੈ ਔਰ ਇਹਦੀ ਆਪਣੀ ਇੱਕ ਗਤੀ ਹੈ। ਨਾ ਤੇ ਉਹਦੇ ਨਾਲੋਂ ਇਹ ਤੇਜ਼ ਹੁੰਦਾ ਹੈ, ਨਾ ਹੀ ਉਹਦੇ ਨਾਲੋਂ ਇਹ ਸਲੋ ਹੁੰਦਾ ਹੈ। ਚੱਲਦਾ ਹੀ ਰਹਿੰਦਾ ਹੈ। ਅਸੀਂ ਉਹਦੀ ਸੰਭਾਲ ਕਰੀਏ ਜਾਂ ਨਾ ਕਰੀਏ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਇਸ ਵਾਸਤੇ ਆਓ ਸਮੇਂ ਦੀ ਸੰਭਾਲ ਕਰੀਏ। ਜਿੱਥੇ ਸਰੀਰ ਕਰਕੇ ਬੈਠੇ ਹਾਂ ਉੱਥੇ ਸੁਰਤ ਕਰਕੇ ਵਿਚਾਰ ਵਿੱਚ ਧਿਆਨ ਦਈਏ। ਮਹਿਤਾ ਕਲਿਆਣ ਦਾਸ ਜੀ ਦੇ ਕੋਲੋਂ ਹਜ਼ੂਰ ਗੁਰੂ ਨਾਨਕ ਸਾਹਿਬ ਲੰਘੇ ਨੇ ਤੇ ਮਹਿਤਾ ਜੀ ਦੀ ਨਿਗਾਹ ਪਈ ਹੈ। ਚੇਤਾ ਰਵੇ ਵੀ ਮਹਿਤਾ ਕਲਿਆਣ ਦਾਸ
ਤਲਵੰਡੀ ਦੇ ਜ਼ਿਮੀਂਦਾਰ ਰਾਏ ਬੁਲਾਰ ਦੇ ਪਟਵਾਰੀ ਨੇ, ਫਲਸਰੂਪ ਉਹ ਸੰਪੰਨ ਨੇ। ਅੱਜ ਦੀ ਤਰੀਕ 'ਚ ਵੀ ਨਾ ਤੁਸੀਂ ਦੇਖੋ, ਐਜੂਕੇਸ਼ਨ ਸਾਰੇ ਹੀ ਦਵਾਉਂਦੇ ਨੇ, ਪਰ ਐਜੂਕੇਸ਼ਨ ਇੱਕੋ ਜੀ ਨਹੀਂ। ਐਜੂਕੇਸ਼ਨ ਉਹ ਵੀ ਹੈ ਜਿਹੜੀ ਐਜੂਕੇਸ਼ਨ ਵੀ ਮਿਲੇਗੀ ਔਰ ਭੋਜਨ ਵੀ ਮਿਲੇਗਾ, ਭਾਵੇਂ ਉਹ ਬਹੁਤ ਕੁਆਲਿਟੀ ਦਾ ਨਹੀਂ ਹੁੰਦਾ, ਪਰ ਭੋਜਨ ਵੀ ਮਿਲੇਗਾ। ਐਜੂਕੇਸ਼ਨ ਉਹ ਵੀ ਹੈ ਬਈ ਤੁਹਾਨੂੰ ਥੱਬਿਆਂ ਦੇ ਥੱਬੇ ਰੁਪਈਏ ਦੇਣੇ ਪੈਣਗੇ, ਇੰਨਾ ਇਹਦੇ ਬੋਰਡਿੰਗ ਦਾ ਖਰਚਾ ਹੈ, ਇੰਨਾ ਇਹਦੀ ਟਿਊਸ਼ਨ ਫੀਸ ਹੈ, ਇੰਨਾ ਇਹਦੇ ਹੋਸਟਲ ਦਾ ਖਰਚਾ ਹੈ, ਇੰਨਾ ਇਹ ਵੇ। ਤੋ ਐਜੂਕੇਸ਼ਨ ਇੱਕੋ ਜਿਹੀ ਨਹੀਂ, ਸਾਧਾਰਨ ਐਜੂਕੇਸ਼ਨ ਤੋਂ ਲੈ ਕੇ ਕੁਆਲਿਟੀ ਐਜੂਕੇਸ਼ਨ ਤੱਕ ਵਿਚਕਾਰ ਕਈ ਉਹਦੇ ਪੜਾਅ ਨੇ। ਹੁਣ ਜਿਹੜਾ ਸੰਪੰਨ ਬੰਦਾ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਵੀ ਮੈਂ ਆਪਣੇ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦਵਾਵਾਂ, ਅੱਛੀ ਐਜੂਕੇਸ਼ਨ ਦਵਾਵਾਂ। ਔਰ ਇਹ ਨਾ ਸਮਝਣਾ ਸਿਰਫ ਹਿੰਦੁਸਤਾਨ ਵਿੱਚ, ਇਹ ਪੂਰੇ ਵਿਸ਼ਵ ਵਿੱਚ, ਵਿਦੇਸ਼ਾਂ 'ਚ ਜਿੱਥੇ ਜਿੱਥੇ ਜਾਣ ਦਾ ਮੌਕਾ ਮਿਲਿਆ ਮੈਂ ਪੜਚੋਲ ਕੀਤੀ, ਗਰੀਬੀ ਅਮੀਰੀ ਦਾ ਪਾੜਾ ਉੱਥੇ ਵੀ ਹੈ। ਐਜੂਕੇਸ਼ਨ ਉੱਥੇ ਵੀ ਸਧਾਰਨ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ, ਔਰ ਜਿਹੜੇ ਸਰਮਾਏਦਾਰ ਲੋਕਾਂ ਨੇ ਉਹਨਾਂ ਵਾਸਤੇ ਸਕੂਲ ਵੀ ਸੈਪਰੇਟ ਬਣੇ ਹੋਏ ਨੇ। ਵਿਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਹੀ ਹੈ। ਤੋ ਕੁਆਲਿਟੀ ਐਜੂਕੇਸ਼ਨ, ਉਹਦੇ ਵਾਸਤੇ ਮੈਂ ਤਾਂ ਕਲਿਆਣ ਦਾਸ ਜੀ ਦੇ ਮਨ ਵਿੱਚ ਵਿਚਾਰ ਆਇਆ, ਔਰ ਉਸ ਵਿਚਾਰ ਨੂੰ ਬੜੇ ਖੂਬਸੂਰਤ ਢੰਗ ਨਾਲ ਗਿਆਨੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਨਿਰੂਪਣ ਕੀਤਾ ਹੈ। ਔਰ ਮੈਂ ਹੂ ਬਹੂ ਉਹ ਦੋ ਪੰਕਤੀਆਂ ਤੁਹਾਡੀ ਨਜ਼ਰ ਕਰਾਂ। ਕਹਿਣ ਲੱਗੇ, ਬਹੁ ਗੁਣੀ ਅਲਾਵੇਂ ਸੁੱਤ ਨਾ ਪੜਾਵੇਂ। ਗੁਣੀ ਬੰਦੇ ਕਹਿੰਦੇ ਨੇ, ਸਿਆਣੇ ਬੰਦੇ ਕਹਿੰਦੇ ਨੇ, ਦਾਨੇ ਬੰਦੇ ਕਹਿੰਦੇ ਨੇ, ਜਿਹੜਾ ਮਨੁੱਖ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਦਵਾਉਂਦਾ। ਬਹੁ ਗੁਣੀ ਅਲਾਵੇਂ ਸੁੱਤ ਨਾ ਪੜਾਵੇਂ, ਸੋ ਸ਼ਤਰੂ ਸਮਤਾਤ। ਉਹ ਤਾਤ, ਤੱਤੇ ਕੰਨਾ ਤੱਤਾ, ਇਹ ਤਾਤ ਦੇ ਅਰਥ ਪਿਤਾ ਵੀ ਹੁੰਦੇ ਨੇ। ਉਹ ਪਿਤਾ ਜਿਹੜਾ ਆਪਣੀ ਸੰਤਾਨ ਨੂੰ, ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਦਵਾਉਂਦਾ, ਅਸਲ ਵਿੱਚ ਉਹ ਪਿਤਾ ਨਹੀਂ, ਉਹ ਇਹਨਾਂ ਬੱਚਿਆਂ ਦਾ ਸ਼ਤਰੂ ਹੈ। ਕਿਉਂਕਿ ਵਿਦਿਆ ਤੋਂ ਬਿਨਾਂ ਮਨੁੱਖ ਗੁਰੂਸਵਾਰੀ ਸਾਧ ਸੰਗਤ ਢੰਗ ਨਾਲ ਜ਼ਿੰਦਗੀ ਨਹੀਂ ਬਸ਼ਰ ਕਰ ਸਕਦਾ, ਇਹ ਸੱਚਾਈ ਹੈ। ਗੁਣੀ ਕਹਿੰਦੇ ਨੇ ਜਿਹੜੇ ਬੱਚਿਆਂ ਨੂੰ, ਸੰਤਾਨ ਨੂੰ ਵਿਦਿਆ ਨਹੀਂ ਦਵਾਉਂਦੇ, ਉਹ ਲੋਕ ਆਪਣੀ ਸੰਤਾਨ ਦੇ ਹੀ ਦੁਸ਼ਮਣ ਬਣ ਜਾਂਦੇ। ਨੈ ਸ਼ੋਭਾ ਪਾਊ ਨੈ ਦਰਬ ਖਟਾਊ, ਜਗ ਮੈਂ ਇਹ ਬਖਿਆਤ। ਨਾ ਢੰਗ ਨਾਲ ਉਹ ਮਾਇਆ ਕਮਾ ਸਕਦਾ ਹੈ ਔਰ ਨਾ ਹੀ ਇੱਜ਼ਤ ਕਰਵਾ ਸਕਦਾ ਹੈ। ਇੱਜ਼ਤ ਲੈਣ ਲਈ ਔਰ ਢੰਗ ਸਿਰ ਜੀਵਨ ਬਸ਼ਰ ਕਰਨ ਲਈ ਧਨ ਚਾਹੀਦਾ ਹੈ, ਔਰ ਧਨ ਜਿੰਨਾ ਇੱਕ ਐਜੂਕੇਟਡ ਵਿਅਕਤੀ ਨੂੰ ਮਿਲਦਾ ਹੈ, ਉਹਦੇ ਮੁਕਾਬਲੇ ਤੇ ਅਨਪੜ੍ਹ ਨੂੰ ਉਹਨਾਂ ਨਹੀਂ ਮਿਲਦਾ। ਇਹ ਵਿਚਾਰ ਆਈ ਤੇ ਇਤਿਹਾਸਕਾਰਾਂ ਮੁਤਾਬਕ 3 ਟੀਚਰ ਮਹਿਤਾ ਕਲਿਆਣ ਦਾਸ ਜੀ ਨੇ ਹਾਇਰ ਕੀਤੇ। ਇੱਕ ਦਾ ਨਾਂ ਪੰਡਿਤ ਗੋਪਾਲ, ਦੂਜੇ ਦਾ ਨਾਂ ਪੰਡਿਤ ਬ੍ਰਿਜ ਲਾਲ, ਤੇ ਤੀਜੇ ਦਾ ਨਾਂ ਮੌਲਵੀ ਕੁਤਬਦੀਨ। ਇਤਿਹਾਸਕਾਰਾਂ ਨੇ ਲਿਖਿਆ, ਮੈਂ ਫਿਰ ਦੁਹਰਾ ਦਿਆਂ, ਹਿੰਦੀ ਦਾ ਅਧਿਆਪਕ ਪੰਡਿਤ ਗੋਪਾਲ, ਸੰਸਕ੍ਰਿਤ ਦਾ ਅਧਿਆਪਕ ਪੰਡਿਤ ਬ੍ਰਿਜ ਲਾਲ, ਤੇ ਫਾਰਸੀ ਦਾ ਜਿਹੜਾ ਅਧਿਆਪਕ ਹੈ ਉਹਦਾ ਨਾਂ ਇਤਿਹਾਸਕਾਰਾਂ ਨੇ ਲਿਖਿਆ ਕਾਜ਼ੀ ਕੁਤਬਦੀਨ। ਕਹਿੰਦੇ ਨੇ ਵੀ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਅਧਿਆਪਕਾਂ ਨੇ ਵਿਦਿਆ ਸਿਖਾਈ ਤੇ ਉਹਨਾਂ ਦੇਖਿਆ ਵੀ ਦੱਸਣੇ ਥੋੜਾ ਵਾ ਤੇ ਸਮਝ ਜ਼ਿਆਦਾ ਜਾਂਦੇ ਨੇ। ਗੁਰਮੁਖੋ 3 ਤਰ੍ਹਾਂ ਦੀ ਬੁੱਧੀ ਗਿਣੀ ਗਈ ਹੈ, ਜਿਹੜੀ ਮੇਰੇ ਅੰਦਰ, ਤੁਹਾਡੇ ਅੰਦਰ, ਸਾਡੇ ਸਾਰਿਆਂ ਦੇ ਅੰਦਰ ਹੈ। ਬੁੱਧੀ ਸਾਰਿਆਂ ਦੇ ਅੰਦਰ ਹੈ, ਪਰ ਉਹ ਬੁੱਧੀ 3 ਪ੍ਰਕਾਰ ਦੀ ਹੈ। ਕਿਹੜੀ ਕਿਹੜੀ ਜਰਾ ਧਿਆਨ ਦਿਆ ਜੇ। ਪਹਿਲੀ ਬੁੱਧੀ ਜਿਹੜੀ ਸਭ ਤੋਂ ਸਰਵੋਤਮ ਹੈ, ਤੇਲੀਆ ਬੁੱਧੀ, ਚਮੜਾ ਬੁੱਧੀ ਤੇ ਗੱਦਾ ਬੁੱਧੀ। ਵਿਦਵਾਨਾਂ ਨੇ ਸਮਝਣ ਲਈ ਇਹ ਲਿਖਿਆ ਹੈ। ਗੱਦਾ ਬੁੱਧੀ ਤੋਂ ਗੱਲ ਸ਼ੁਰੂ ਕਰੀਏ। ਇੱਕ ਫੋਮ ਸਪੰਜ ਆ, ਆਮ ਸੀਟਾਂ ਦੇ ਥੱਲੇ ਪਾਇਆ ਜਾਂਦਾ, ਉਹਨੂੰ ਆਮ ਤੌਰ ਤੇ ਗੱਦਾ ਕਹਿ ਦਿੰਦੇ ਨੇ। ਉਹਦੇ ਵਿੱਚ ਤੁਸੀਂ ਆਪਣੀ ਸਿਲਾਈ ਕੱਢ ਕੇ ਦਸਤਾਰ ਚੋਂ ਬਾਅਦ ਜਿਹਨੂੰ ਅਸੀਂ ਕਹਿੰਦੇ ਆ, ਉਹਨੂੰ ਖੁੱਭੋ ਤੇ ਉਹ ਖੁੱਭ ਜਾਏਗਾ। ਲੱਗੇਗਾ ਵੀ ਜਿੱਥੇ ਖੁੱਭਾ ਉੱਥੇ ਥਾਂ ਬਣ ਗਈ ਏ, ਪਰ ਜਦੋਂ ਤੁਸੀਂ ਸਿਲਾਈ ਨੂੰ ਪਿੱਛੇ ਕਰੋਗੇ, ਉਹ ਜਿਹੜਾ ਗੱਦਾ ਹੈ, ਫੋਮ ਹੈ, ਉਹ ਫਿਰ ਉਸ ਤਰ੍ਹਾਂ ਹੀ ਹੋ ਜਾਏਗਾ। ਇੱਕ ਬੁੱਧੀ ਇਸ ਤਰ੍ਹਾਂ ਦੀ ਹੈ ਜਿਹੜੀ ਗੱਦਾ ਬੁੱਧੀ। ਜਦੋਂ ਕੋਈ ਗੱਲ ਕਹਿ ਰਹੇ ਆ ਉਦੋਂ ਗੱਲ ਲੱਗਦਾ ਵੀ ਮੇਰੀ ਸਮਝ 'ਚ ਆ ਰਹੀ ਹੈ, ਪਰ ਜਦੋਂ ਗੱਲ ਕਹਿਣੀ ਸਮਾਪਤ ਕਰ ਦਿੱਤੀ, ਉਹਦੇ ਤੋਂ ਗੱਲ ਉੱਡ ਪੁੱਟ ਜਾਂਦੀ।
ਉਹਨੂੰ 2 ਮਿੰਟ ਬਾਅਦ ਕੋਈ ਪਤਾ ਨਹੀਂ ਹੁੰਦਾ ਵੀ ਕੀ ਗੱਲ ਹੋਈ ਔਰ ਉਹਦਾ ਮਨੋਰਥ ਕੀ ਹੈ, ਪ੍ਰਯੋਜਨ ਕੀ ਹੈ। ਐਸੀ ਬੁੱਧੀ ਨੂੰ ਵਿਦਵਾਨਾਂ ਨੇ ਗੱਦਾ ਬੁੱਧੀ ਕਿਹਾ। ਦੂਸਰੀ ਬੁੱਧੀ ਹੈ ਚਮੜਾ ਬੁੱਧੀ। ਜਦੋਂ ਮੋਚੀ ਕੰਮ ਕਰਦਾ ਆਪਣੀ ਫੜੀ ਤੇ ਬੈਠ ਕੇ ਉਹਦੇ ਕੋਲ ਇੱਕ ਆਰ ਹੁੰਦੀ ਹੈ, ਗੁਰਬਾਣੀ ਚ ਵੀ ਇਹਦਾ ਜ਼ਿਕਰ ਹੈ, ਆਰ ਨਹੀਂ ਜੇ ਤੋਪੋਂ ਨਹੀਂ ਰਾਂਬੀ ਠਾਓ ਰੋਪੋਂ। ਉਸ ਆਰ ਨੂੰ ਜਦੋਂ ਚਮੜੇ ਵਿੱਚ ਉਹ ਖੋਬਦਾ ਸਿਉਣ ਲਈ, ਤੇ ਆਰ ਦੀ ਜਿੰਨੀ ਕੋ ਮੋਟਾਈ ਹੁੰਦੀ ਹੈ, ਮੰਨ ਲਿਆ ਵੀ 2 ਸੂਤਰ ਮੋਟੇ ਹੀ ਆਰ, ਤੇ ਉਹਨੇ ਖੋਬੀ ਹੈ, ਤੇ ਉਹਦੇ ਅੱਗੇ ਜਿਹੜਾ ਟੱਕ ਲੱਗਾ ਹੈ ਉਹਦੇ ਚੋਂ ਧਾਗਾ ਲਾ ਕੇ ਜਦੋਂ ਖਿੱਚਦਾ ਹੈ ਤੇ ਉਦੋਂ ਉਹਦਾ ਜਿਹੜਾ ਗਾਇਬ ਹੁੰਦਾ ਹੈ ਚਮੜੇ ਦਾ, ਉਹ 1 ਸੂਤਰ ਦਾ ਰਹਿ ਜਾਂਦਾ। ਕੀਤਾ 2 ਸੂਤਰ ਸੀ, ਰਹਿ 1 ਸੂਤਰ ਗਿਆ ਹੈ। ਦੱਸਣਾ ਜ਼ਿਆਦਾ ਤੇ ਸਮਝ ਥੋੜੀ। ਗੱਦਾ ਬੁੱਧੀ ਤੇ ਉਹ ਜਿਹਨੂੰ ਸਮਝ ਆਉਂਦੀ ਕੋਈ ਨਹੀਂ, ਵਕਤੀ ਤੌਰ ਤੇ ਸਿਰ ਹਿਲਾਇਆ, ਕੁਝ ਸਮਝ ਆਈ, ਉਦੋਂ ਬਾਅਦ ਕੋਈ ਬਾਤ ਸਮਝ ਨਹੀਂ। ਪਰ ਚਮੜਾ ਬੁੱਧੀ ਥੋੜੀ ਸਮਝ ਆਉਂਦੀ ਹੈ। ਹੁਣ ਗੱਲ ਆਈ ਤੇਲੀਆ ਬੁੱਧੀ ਦੀ। ਤੇਲ ਜਿਹੜਾ ਹੈ ਗੁਰਮੁਖੋ, ਕਿਤੇ ਪਿੰਡਾਂ ਦੇ ਵਿੱਚ ਹੁਣ ਵੀ ਕਈਆਂ ਥਾਵਾਂ ਤੇ ਰਿਵਾਜ ਹੈ ਵੀ ਕੋਈ ਪ੍ਰਾਹੁਣਚਾਰੀ ਹੋਵੇ, ਪਿੰਡ ਦੇ ਨੇੜੇ ਟਿਊਬਲ ਹੋਵੇ, ਉੱਥੇ ਚਬੱਚਾ ਬਣਿਆ ਹੋਵੇ, ਕਹਿੰਦੇ ਚਲੋ ਖੁੱਲੇ ਪਾਣੀ 'ਚ ਉੱਥੇ ਇਸ਼ਨਾਨ ਪਾਨ ਕਰਨੇ ਆ। ਸਾਬੂਨ ਲੈ ਲੈਣਾ, ਤੇਲ ਲੈ ਲੈਣਾ, ਸਾਬੂਨ ਨਾਲ ਇਸ਼ਨਾਨ ਕੀਤਾ, ਤੇਲ ਲਾਇਆ, ਤੇਲ ਦੀ 1 ਬੂੰਦ ਚਬੱਚੇ 'ਚ ਡਿੱਗ ਪਵੇ ਤੇ ਉਹਨੇ ਉਸ ਚਬੱਚੇ ਦੇ ਉੱਤੇ ਸਤਰੰਗੀ ਪੀਂਗ ਪਾ ਕੇ ਹੂੰਟੇ ਲੈਣੇ ਸ਼ੁਰੂ ਕਰ ਦੇਣ। 1 ਬੂੰਦ ਡੁੱਲੀ, ਸਾਰੇ ਚਬੱਚੇ ਤੇ ਫੈਲ ਗਈ। ਥੋੜਾ ਜਿਹਾ ਦੱਸਿਆ, ਜ਼ਿਆਦਾ ਸਮਝ ਵਿੱਚ ਆ ਗਿਆ। ਇਹਨੂੰ ਕੀ ਕਹਿੰਦੇ? ਤੇਲੀਆ ਬੁੱਧੀ। ਹਜ਼ੂਰ ਨੂੰ ਦੱਸਦੇ ਥੋੜਾ ਨੇ, ਹਜ਼ੂਰ ਨੂੰ ਸਮਝ ਜ਼ਿਆਦਾ ਹੁੰਦਾ। ਬੜੇ ਹਜ਼ੂਰ ਰੋਸ਼ਨ ਦਿਮਾਗ ਨੇ, ਕਿਉਂਕਿ ਉਹ ਸਧਾਰਨ ਮਨੁੱਖ ਨਹੀਂ। ਤੋ ਪਹਿਲਾ ਘਟਨਾਕ੍ਰਮ ਮੈਂ ਆਪ ਜੀ ਨਾਲ ਸਾਂਝਾ ਕਰਾਂ। ਮੈਥ ਦਾ ਅਧਿਆਪਕ, ਹਿਸਾਬ ਕਿਤਾਬ ਸਿਖਾਉਣ ਵਾਲਾ, ਲੇਖਾ ਜੋਖਾ ਸਿਖਾਉਣ ਵਾਲਾ ਪੰਡਤ ਗੋਪਾਲ, ਉਹ ਹਜ਼ੂਰ ਨੂੰ ਦੱਸਦਾ ਹੈ ਤੇ ਹਜ਼ੂਰ ਆਪਣਾ ਹੋਮਵਰਕ ਸਾਰਿਆਂ ਨਾਲੋਂ ਵਧੀਆ ਕਰਕੇ ਦਿਖਾਉਂਦੇ ਨੇ। ਤੇ ਇੱਕ ਦਿਨ ਮਨ 'ਚ ਸੋਚਦਾ, ਮਨਾ ਸਾਰੀਆਂ ਭੁੱਖਾਂ ਨਿਕਲ ਜਾਣਗੀਆਂ, ਕਿਉਂਕਿ ਨਾਨਕ ਜੀ ਬਹੁਤ ਵਧੀਆ ਪੜ੍ਹ ਰਹੇ ਨੇ, ਸਫਲ ਹੋਣਗੇ, ਔਰ ਸਫਲ ਹੋਣਗੇ ਤੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਕਹਾਂਗਾ, ਮਹਿਤਾ ਜੀ ਵੇਖੋ ਤੁਹਾਡੇ ਬੱਚੇ ਨੂੰ ਕਿੰਨਾ ਪਰਫੈਕਟ ਕਰ ਦਿੱਤਾ। ਉਹ ਕਹਿਣਗੇ ਪੰਡਤ ਜੀ ਮੰਗੋ ਕੀ ਮੰਗਦੇ ਹੋ, ਤੇ ਮੈਂ ਮੰਗ ਕੇ ਸਾਰੀਆਂ ਲੋੜਾਂ ਪੂਰੀਆਂ ਕਰ ਲਾਂਗਾ, ਮਹਿਤਾ ਜੀ ਨੂੰ ਕਮੀ ਕੋਈ ਨਹੀਂ। ਜਦੋਂ ਮੈਂ ਉਹਨਾਂ ਦੇ ਪੁੱਤਰ ਨੂੰ ਕਾਬਿਲ ਬਣਾਂਗਾ ਤੇ ਉਹ ਮੇਰੀ ਝੋਲੀ ਕਿਉਂ ਨਹੀਂ ਭਰਨਗੇ। ਉਹਨੂੰ ਕੁਝ ਉਮੀਦਾਂ ਵੱਜੀਆਂ, ਪਰ ਇੱਕ ਦਿਨ ਉਹਦੀਆਂ ਉਮੀਦਾਂ ਤੇ ਉਦੋਂ ਪਾਣੀ ਫਿਰਨ ਲੱਗਾ ਜਦੋਂ ਹਜ਼ੂਰ ਬਿਲਕੁਲ ਮੌਨ ਹੋ ਗਏ, ਨਾ ਕੁਝ ਬੋਲਣ, ਨਾ ਚਾਲਣ, ਨਾ ਕੰਮ ਕਰਨ, ਨਾ ਸਮਝਣ ਤੇ ਨਾ ਸਮਝਾਣ। ਆਖਣ ਲੱਗਾ ਵੀ ਕੀ ਗੱਲ ਹੋਈ ਹੈ, ਰੋਜ਼ ਪੜ੍ਹਦੇ ਸੋ, ਹੋਮਵਰਕ ਕਰਕੇ ਆਉਂਦੇ ਸੋ, ਅੱਜ ਕੀ ਹੋਇਆ? ਹਜ਼ੂਰ ਚੁੱਪ ਕਰ ਰਹੇ। ਤੇ ਫਿਰ ਹਜ਼ੂਰ ਨੂੰ ਜਦੋਂ ਸਖਤੀ ਕਰਕੇ ਪੁੱਛਿਆ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕਹੇ ਉਹ ਬੜੇ ਧਿਆਨ ਨਾਲ ਸੁਣਨ ਵਾਲੇ ਨੇ। ਆਖਣ ਲੱਗੇ, ਪਾਂਧਾ ਮੈਨੂੰ ਕਿਉਂ ਪੜ੍ਹਾਉਣਾ ਚਾਹੁੰਦਾ ਹੈ? ਆਖਣ ਲੱਗਾ, ਇਸ ਕਰਕੇ ਪੜ੍ਹਾਉਣਾ ਚਾਹੁੰਦਾ ਵਾਂ ਵੀ ਇਸ ਪੜ੍ਹਾਈ ਨਾਲ ਇੱਜ਼ਤ ਹੁੰਦੀ ਹੈ, ਇਸ ਪੜ੍ਹਾਈ ਨਾਲ ਮਾਇਆ ਸੌਖੀ ਕਮਾਈ ਜਾਂਦੀ ਹੈ। ਮੈਂ ਤੈਨੂੰ ਤਾਂ ਪੜ੍ਹਾਉਣਾ ਚਾਹੁੰਦਾ ਵਾਂ ਬਈ ਇਹਦੇ ਨਾਲ ਇਹ ਦੋਵੇਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ, ਹੋਰ ਕੀ ਹੁੰਦਾ ਹੈ? ਤੇ ਪਾਂਧਾ ਕਹਿਣ ਲੱਗਾ, ਤੇਰਾ ਪਿਤਾ ਪਟਵਾਰੀ ਲੱਗਾ ਹੈ, ਇਸ ਕਰਕੇ ਲੱਗਾ ਹੈ ਵੀ ਉਹ ਵਿਦਵਾਨ ਹੈ। ਜੇ ਪੜ੍ਹਿਆ ਨਾ ਹੁੰਦਾ ਤੇ ਰਾਏ ਜੀ ਨੇ ਉਹਨੂੰ ਪਟਵਾਰੀ ਨਹੀਂ ਸੀ ਰੱਖਣਾ, ਇਹ ਵੀ ਹੁੰਦਾ। ਤੇ ਹਜ਼ੂਰ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਪਾਂਧਾ ਜੀ ਇਹਦੇ ਨਾਲ ਪਟਵਾਰੀ ਵੀ ਲੱਗ ਜਾਈਦਾ, ਇਹਦੇ ਨਾਲ ਪੈਸੇ ਵੀ ਕਮਾ ਲਈਦੇ ਨੇ, ਇਹਦੇ ਨਾਲ ਇੱਜ਼ਤ ਵੀ ਕਮਾ ਲਈਦੀ ਏ, ਇਹਦੇ ਨਾਲ ਕੁਝ ਹੋਰ ਵੀ ਹੁੰਦਾ। ਉਹ ਕਹਿਣ ਲੱਗੇ, ਵੀ ਹੋਰ ਕੀ ਕਰਕੇ ਤੂੰ ਕਰਨਾ? ਆਖਣ ਲੱਗੇ, ਨਹੀਂ, ਵਿਦਿਆ ਸਿਰਫ ਇੱਥੋਂ ਤੱਕ ਸੀਮਤ ਹੋਵੇ ਤੇ ਉਹ ਵਿਦਿਆ ਨਹੀਂ। ਕੀ ਇਸ ਮੈਥ ਨਾਲ ਪਰਲੋਕ ਵਿੱਚ ਵੀ ਕੋਈ ਫਾਇਦਾ ਹੁੰਦਾ? ਤੇ ਲਿਖਿਆ, ਪਾਂਧਾ ਹਜ਼ੂਰ ਦੇ ਮੂੰਹ ਵੱਲ ਤੱਕਣ ਲੱਗ ਪਿਆ, ਕਹਿਣ ਲੱਗਾ, ਨਾਨਕ ਜੀ ਪਰਲੋਕ ਬਾਰੇ ਮੇਰੀ ਕੋਈ ਜ਼ਮਾਨਤ ਨਹੀਂ, ਕੋਈ ਗਰੰਟੀ ਨਹੀਂ। ਪਰਲੋਕ 'ਚ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਇਹ ਨਹੀਂ ਮੈਨੂੰ ਪਤਾ। ਮਹਾਰਾਜ ਕਹਿਣ ਲੱਗੇ, ਮੈਂ ਫਿਰ ਨਹੀਂ ਸਿੱਖਣਾ, ਮੈਨੂੰ ਉਹ ਮੈਥ ਸਿਖਾ ਜਿਹੜਾ ਲੋਕ ਵਿੱਚ ਵੀ ਕੰਮ ਆਵੇ ਤੇ ਪਰਲੋਕ ਵਿੱਚ ਵੀ ਕੰਮ ਆਵੇ। ਹਾਲਾਂਕਿ ਜਿਹਦਾ ਮੈਥ ਠੀਕ ਹੈ ਨਾ, ਅੱਜ ਦੀ ਤਰੀਕ 'ਚ 10th 'ਚ +1 +2 'ਚ ਅਗਾਂ ਕਮਰਸ ਲੈ ਲਈ, ਮੈਥ ਠੀਕ ਹੈ। ਤੇ ਜਿਹੜੇ ਸ਼ਹਿਰ 'ਚ ਤੁਸੀਂ ਬੈਠੇ ਹੋ, ਇੱਥੇ ਮੈਥ ਵਾਲਾ ਬੰਦਾ ਘੱਟੋ ਘੱਟ ਲੱਖ ਰੁਪਈਆ ਮਹੀਨੇ ਦਾ ਛਾਪਦਾ ਟਿਊਸ਼ਨਾਂ ਪੜ੍ਹਾ ਕੇ।
ਦੁਨਿਆਵੀ ਪੱਖੋਂ ਬੜੀ ਆਲਾ ਗੱਲ ਹੈ। ਕਿਸੇ ਦਾ ਮੈਥ ਠੀਕ ਹੋਵੇ ਤੇ ਅਧਿਆਪਕ ਟੀਚਰ ਕਹਿੰਦੇ ਨੇ ਵੀ ਤੂੰ ਬੇਫਿਕਰ ਹੋ ਜਾ, ਤੇਰੀਆਂ ਰੋਟੀਆਂ ਨਹੀਂ ਤੇਰੇ ਤੋਂ ਮੁੱਕਦੀਆਂ, ਤੇਰਾ ਮੈਥ ਵਧੀਆ। ਪਰ ਹਜ਼ੂਰ ਕਹਿੰਦੇ ਨੇ ਮੈਨੂੰ ਉਹ ਮੈਥ, ਉਹ ਮੈਥੇਮੈਟਿਕਸ, ਉਹ ਲੇਖਾ, ਉਹ ਹਿਸਾਬ ਮੈਨੂੰ ਸਿਖਾ ਜਿਹੜਾ ਲੋਕ ਵਿੱਚ ਨਹੀਂ ਨਾਲ ਪਰਲੋਕ ਵਿੱਚ ਵੀ ਕੰਮ ਆਵੇ। ਪਾਂਦਾ ਕਹਿਣ ਲੱਗਾ ਨਾਨਕ ਜੀ ਮੇਰੇ ਕੋਲ ਤੇ ਇਸ ਤਰ੍ਹਾਂ ਦਾ ਕੋਈ ਮੈਥ ਨਹੀਂ, ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਮੈਥ ਹੈ? ਹਜ਼ੂਰ ਕਹਿਣ ਲੱਗੇ ਹੈ ਨਾ। ਆਖਣ ਲੱਗੇ ਉਹਦਾ ਫੰਡਾ ਕੀ ਹੈ? ਆਖਣ ਲੱਗੇ ਮੈਂ ਦੱਸ ਨਾ, ਤੂੰ ਸੁਣ। ਹਜ਼ੂਰ ਨੇ ਆਪਣੇ ਉਸ ਮੈਥ ਦਾ ਜਿਹੜਾ ਮੈਥ ਲੋਕ ਪਰਲੋਕ ਵਿੱਚ ਕੰਮ ਆਉਂਦਾ ਉਹਦਾ ਫੰਡਾ ਜਿਸ ਤਰ੍ਹਾਂ ਪਾਂਦੇ ਨੂੰ ਦੱਸਿਆ ਮੈਂ ਹੂ ਬਹੂ ਉਹ ਤੁਹਾਡੇ ਨਾਲ ਸ਼ੇਅਰ ਕਰਾਂ। ਮਰਦ ਕਹਿਣ ਲੱਗੇ ਮੈਥ ਸਿੱਖਣਾ ਹੋਵੇ ਕਾਗਜ਼ ਦੀ ਲੋੜ ਪੈਂਦੀ ਹੈ। ਉਹਨਾਂ ਦਿਨਾਂ 'ਚ ਫੱਟੀ ਹੁੰਦੀ ਸੀ, ਉਹਨੂੰ ਪੱਟੀ ਵੀ ਕਹਿੰਦੇ, ਫੱਟੀ ਵੀ ਕਹਿੰਦੇ। ਲੱਕੜ ਦੀ ਤਖਤੀ ਗਾਚਨੀ ਨਾਲ ਉਹਨੂੰ ਪੋਚ ਲੈਣਾ ਤੇ ਉਹਦੇ ਉੱਤੇ ਲਿਖ ਲੈਣਾ, ਕਾਗਜ਼ ਵੇਸਟ ਨਹੀਂ ਸੀ ਹੁੰਦਾ। ਤੇ ਦੁਬਾਰਾ ਲਿਖਣ ਲਈ ਫਿਰ ਉਹਨੂੰ ਧੋ ਕੇ ਫਿਰ ਮਾਂਜ ਲੈਣਾ ਗਾਚਨੀ ਨਾਲ ਤੇ ਸੁਕਾ ਲੈਣਾ। 2 ਕੁ ਵਾਰਾਂ ਇਸ ਤਰ੍ਹਾਂ ਹਵਾ ਹੁਵਾ 'ਚ ਕਰਨੀ, ਸੂਰਜ ਵੱਲ ਕਰਨੀ, ਸੁੱਕ ਜਾਣੀ, ਫਿਰ ਲਿਖ ਲੈਣੀ। ਨਾਲੇ ਤੇ ਐਕਸਰਸਾਈਜ਼ ਹੋ ਜਾਣੀ ਬਾਂਹ ਦੀ ਤੇ ਨਾਲੇ ਕਾਗਜ਼ ਬਚ ਜਾਣਾ। ਤੇ ਹੁਣ ਤੇ ਐਸ਼ਕੇ ਜਾਈਏ, ਇੱਧਰ ਵੀ ਛੱਡ ਦੇਣਾ, ਇੱਧਰ ਵੀ ਛੱਡ ਦੇਣਾ, ਉੱਤੇ ਵੀ ਛੱਡ ਦੇਣਾ, ਥੱਲੇ ਵੀ ਛੱਡ ਦੇਣਾ। ਪਿਓ 150 ਰੁਪਈਆ ਦਿਹਾੜੀ ਕਮਾਉਂਦਾ, ਪੁੱਤਰ ਇੱਕ ਕਾਪੀ 150 ਦੀ ਰੋਜ਼ ਹੀ ਖਰਾਬ ਕਰ ਦਿੰਦਾ। ਲਿਖਣਾ ਲਿਖਾਣਾ ਕੁਝ ਵੀ ਨਹੀਂ। ਫੱਟੀ ਜਿਹੜੀ ਹੈ ਗਾਚਨੀ ਨਾਲ ਪੋਚ ਕੇ ਲਿਖਣਾ, ਔਰ ਜਿਹੜੇ ਫੱਟੀਆਂ ਪੋਚ ਕੇ ਇੱਥੇ ਪੜ੍ਹੇ ਨੇ ਨਾ ਪੰਜਾਬ ਦੇ ਅੰਦਰ ਪੁਰਾਣੇ ਸਰਕਾਰੀ ਸਕੂਲਾਂ 'ਚ, ਉਹ ਜਿੰਨੇ ਵੀ ਉਸ ਜ਼ਮਾਨੇ ਦੇ IAS ਤੇ IPS ਅਫਸਰ ਨੇ ਉਹ ਫੱਟੀਆਂ ਪੋਚ ਕੇ ਪੜ੍ਹਨ ਵਾਲੇ ਬਣੇ ਨੇ। ਜੇ ਅੰਦਰ ਲਗਨ ਹੈ ਤੇ ਕੋਈ ਜ਼ਰੂਰੀ ਨਹੀਂ ਵੀ ਉਹ ਸਰਕਾਰੀ ਸਕੂਲ 'ਚ ਅਫਸਰ ਨਹੀਂ ਬਣ ਸਕਦਾ, ਉਹ ਬਣ ਸਕਦਾ, ਪਰ ਬਾਕਾਇਦਾ ਜੇ ਉਹਦੇ ਅੰਦਰ ਵਿਹਲੇ ਤੇ। ਖੈਰ ਮਹਾਰਾਜ ਆਖਣ ਲੱਗੇ ਵੀ ਮੈਥੇਮੈਟਿਕਸ ਵਾਸਤੇ ਰਾ ਮਟੀਰੀਅਲ ਚਾਹੀਦਾ ਹੈ, ਕਾਗਜ਼ ਚਾਹੀਦਾ ਹੈ, ਕਲਮ ਚਾਹੀਦੀ ਹੈ, ਸ਼ਾਹੀ ਚਾਹੀਦੀ ਹੈ, ਲਿਖਣ ਵਾਲੇ ਹੱਥ ਚਾਹੀਦੇ ਨੇ, ਦਿਮਾਗ ਵਿੱਚ ਰਾ ਮਟੀਰੀਅਲ ਵੀ ਚਾਹੀਦਾ, ਸਮਾਜ ਚਾਹੀਦਾ ਨਾ ਲਿਖਣ ਲਈ। ਮੈਂ ਕਹਿਣ ਲੱਗਾ ਬਿਲਕੁਲ ਚਾਹੀਦਾ। ਹਜ਼ੂਰ ਕਹਿਣ ਲੱਗੇ ਜਿਹੜਾ ਮੇਰੇ ਮੈਥ ਦਾ ਫੰਡਾ ਹੈ ਉਹਦਾ ਜਿਹੜਾ ਰਾ ਮਟੀਰੀਅਲ ਹੈ ਪਹਿਲਾਂ ਉਹ ਸਮਝ ਲਿਆ ਵੀ ਉਹ ਕੀ। ਜਿਹੜਾ ਮੈਂ ਮੈਥ ਸਿਖਾਨਾ ਵਾ ਉਹਦੇ ਵਿੱਚ ਸ਼ਾਹੀ ਜਿਹੜੀ ਕੰਮ ਆਉਂਦੀ ਹੈ ਉਹ ਬਾਜ਼ਾਰ ਵਿੱਚੋਂ ਨਹੀਂ ਮਿਲਦੀ। ਫਿਰ ਕਿੱਥੋਂ ਮਿਲਦੀ ਹੈ? ਕਹਿੰਦੇ ਆਪਣੇ ਸਰੀਰ ਦੇ ਮੋਹ ਨੂੰ ਘਸਾ ਕੇ ਤੇ ਉਹ ਸ਼ਾਹੀ ਬਣਾਉਣੀ ਪੈਂਦੀ ਹੈ। ਜਾਲ ਮੋਹ ਘਸ ਘਸਾ ਮਸ ਕਰ ਉਹਦੀ ਸ਼ਾਹੀ ਬਣਾ। ਫਿਰ ਧਿਆਨ ਦਿਆ ਜੀ, ਜਾਲ ਮੋਹ ਨੂੰ ਸਾੜ ਕੇ ਘਸਾ ਕੇ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਸ਼ਾਹੀ ਇੰਜ ਬਣਾ ਤੇ ਆਪਣੀ ਮਤ ਨੂੰ ਸ੍ਰੇਸ਼ਟ ਬਣਾ। ਸ੍ਰੇਸ਼ਟ ਮਨ ਦੇ ਉੱਤੇ ਖਿਮਾ ਕਰਨਾ, ਬੁੱਧੀ ਦੇ ਉੱਤੇ ਮਨ ਮਤ ਨੂੰ ਕਾਬੂ ਨਾ ਹੋਣ, ਕਬਜ਼ਾ ਨਾ ਕਰਨ ਦੇ। ਮਤ ਨੂੰ ਸ੍ਰੇਸ਼ਟ ਬਣਾ, ਵਿਵੇਕ ਬੁੱਧੀ ਦਾ ਧਾਰਨੀ ਬਣ। ਜਾਲ ਮੋਹ ਘਸ ਮਸ ਕਰ ਤੇ ਮਤ ਕਾਗਦ ਕਰ ਸਾਰ। ਸ੍ਰੇਸ਼ਟ ਮਤ ਦਾ ਕਾਗਜ਼ ਬਣਾਉਣਾ ਪੈਂਦਾ। ਜਿਹੜਾ ਮੇਰੇ ਵਾਲਾ ਮੈਥੇਮੈਟਿਕਸ ਹੈ ਉਹਦਾ ਫੰਡਾ ਪੰਡਿਤ ਗੋਪਾਲ ਜੀ ਕੁਝ ਇਸ ਪ੍ਰਕਾਰ ਦਾ। ਭਾਓ ਕਲਮ, ਪ੍ਰੇਮ ਦੀ ਕਲਮ ਹੱਥ ਵਿੱਚ ਪਕੜਨੀ ਪੈਂਦੀ। ਸੈਂਸ ਕੀ ਹੈ? ਹੁਣ ਪ੍ਰੇਮ ਦੀ ਤੇ ਕੋਈ ਕਲਮ ਹੁੰਦੀ ਨਹੀਂ। ਪ੍ਰੇਮ ਦੀ ਕਲਮ ਤੋਂ ਸੈਂਸ ਇਹ ਹੈ ਜੇ ਕੁਝ ਲਿਖਣਾ ਹੈ ਨਾ, ਜੇ ਕੁਝ ਲਿਖਣਾ ਹੈ ਨਾ ਉਹ ਨਾ ਲਿਖ ਜਿਹਦੇ ਨਾਲ ਦੰਗੇ ਫਸਾਦ ਸ਼ੁਰੂ ਹੋ ਜਾਣ। ਆਰਟੀਕਲ ਲੋਕ ਲਿਖਦੇ ਨੇ ਔਰ ਆਰਟੀਕਲ ਪੜ੍ਹਿਆ ਤੇ ਦੰਗੇ ਫਸਾਦ ਸ਼ੁਰੂ ਹੋ ਗਏ। ਆਰਟੀਕਲ ਪੜ੍ਹਿਆ ਤੇ ਉਹਦੇ ਤੇ ਕੋਰਟ ਨੇ ਬੈਨ ਲਾ ਦਿੱਤਾ, ਮੁਕੱਦਮਾ ਸ਼ੁਰੂ ਹੋ ਗਿਆ। ਹਜ਼ੂਰ ਕਹਿਣ ਲੱਗੇ ਪ੍ਰੇਮ ਦੀ ਕਲਮ ਤੋਂ ਸੈਂਸ ਇਹ ਹੈ ਬਈ ਉਹ ਲਿਖ ਜਿਹਦੇ ਨਾਲ ਖਲਕਤ ਦਾ ਪਿਆਰ ਪੈਦਾ ਹੋਵੇ। ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੈ ਗਿਰੇਵਾਨ ਮੈਂ ਸਿਰ ਨੀਵਾ ਕਰ ਵੇਖ। ਕਿਸੇ ਦਾ ਨੁਕਸ, ਕਿਸੇ ਦੀ ਗਲਤੀ ਕੱਢਣ ਤੋਂ ਪਹਿਲਾਂ ਮਨੁੱਖ ਆਪਣੇ ਲਾਈਫ ਸਟਾਈਲ ਵੱਲ ਵੇਖ ਲੈ ਤੇ ਸ਼ਾਇਦ ਨਾਲ ਦੀ ਨਾਲ ਹੀ ਉਹ ਬੰਦ ਕਰਦਾ ਹੈ। ਅਸੀਂ ਉਦੋਂ ਹੀ ਦੂਜਿਆਂ ਦੇ ਗੁਨਾਹ, ਦੂਜਿਆਂ ਦੀਆਂ ਗਲਤੀਆਂ ਨੂੰ ਉਜਾਗਰ ਕਰਨੇ ਆ ਜਦੋਂ ਅਸੀਂ ਆਪਣੇ ਵੱਲ ਨਹੀਂ ਦੇਖਦੇ ਵੀ ਸ਼ਾਇਦ ਮੈਂ ਇਹਦੇ ਨਾਲੋਂ ਵੀ ਵੱਡਾ ਗੁਨਾਹਗਾਰ ਹਾਂ, ਇਹਦੇ ਨਾਲੋਂ ਵੀ ਵੱਡਾ ਐਬੀ ਹਾਂ, ਇਹਦੇ ਨਾਲੋਂ ਵੀ ਵੱਡਾ ਵਕਾਰੀ ਹਾਂ। ਫਿਰ ਕਿਸੇ ਦੂਜੇ ਨੂੰ ਵਕਾਰੀ, ਐਬੀ, ਗੁਨਾਹਗਾਰ ਤੇ ਔਗਣਿਆਰਾ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਖੈਰ ਹਜ਼ੂਰ ਕਹਿਣ ਲੱਗੇ ਮੋਹ ਨੂੰ ਘਸਾ ਕੇ ਸ਼ਾਹੀ, ਸ੍ਰੇਸ਼ਟ ਮਤ ਦਾ ਕਾਗਜ਼, ਪ੍ਰੇਮ ਦੀ ਕਲਮ।
ਭਾਓ ਕਲਮ। ਤੇ ਰਾਈਟਰ ਕੌਣ ਹੈ, ਲਿਖਾਰੀ ਕੌਣ ਹੈ? ਚਿੱਤ ਲਿਖਾਰੀ, ਸੁਰਤ ਨਾਲ ਲਿਖ। ਤੇ ਇਹ ਸਾਰਾ ਮਟੀਰੀਅਲ ਇਕੱਠਾ ਕਰਕੇ, ਜਿਵੇਂ ਮੈਂ ਤੁਹਾਨੂੰ ਪੁੱਛ ਕੇ ਲਿਖਣਾ ਨਾ ਵੀ ਮਾਸਟਰ ਜੀ ਊੜਾ ਕਿਵੇਂ ਪਾਵਾਂ ਤੇ ਐੜਾ ਕਿਵੇਂ ਪਾਵਾਂ, ਇਸ ਤਰ੍ਹਾਂ ਜਿਹੜਾ ਮੇਰੇ ਮੈਥ ਦਾ ਫੰਡਾ ਹੈ ਉਹਦੇ ਵਿੱਚ ਜੋ ਕੁਝ ਲਿਖਣਾ ਹੈ ਉਸਤਾਦ ਗੁਰੂ ਤੋਂ ਪੁੱਛ ਕੇ ਲਿਖਣਾ। ਗੁਰ ਪੁੱਛ ਲਿਖ ਵਿਚਾਰ, ਫਿਰ ਲਿਖੀ ਜਾਏ ਲਿਖੀ ਜਾਏ, ਆਲ ਪਤਾਲ ਦੀਆਂ ਗੱਲਾਂ ਲਿਖਦਾ। ਹੁਣ ਵੇਖੋ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਲਿਖਦੇ ਨੇ ਗੁਰਬਾਣੀ, ਤੇ ਕਿਹੜਾ ਪਹਿਲੂ ਹੈ ਜਿਹਨੂੰ ਉਹ ਟੱਚ ਨਹੀਂ ਕਰਦੇ। ਮੈਂ ਇੱਕ ਬੇਨਤੀ ਕਰਦੇ ਹਾਂ, ਥੋੜੀ ਖਾਤਰ ਹੋਵੇ, ਵੀ ਸ੍ਰਿਸ਼ਟੀ ਰਚਨਾ ਕਿਵੇਂ ਹੋਈ। ਤੁਸੀਂ ਸਾਰੇ ਸਕੂਲਾਂ ਕਾਲਜਾਂ ਚੋਂ ਪੜ੍ਹ ਕੇ ਆਏ ਹੋ, ਅਮੀਬਾ ਬਾਰੇ ਤੁਸੀਂ ਸੁਣਿਆ ਹੀ ਹੈ। ਅਮੀਬਾ ਕਿੱਥੋਂ ਪੈਦਾ ਹੋਇਆ? ਪਾਣੀ ਚੋਂ। ਪਾਣੀ ਕਿੱਥੋਂ ਪੈਦਾ ਹੋਇਆ? ਮੌਨਸੂਨਾਂ ਆਈਆਂ। ਮੌਨਸੂਨਾਂ ਕਿੱਥੋਂ ਆਈਆਂ? ਫਿਰ ਚੁੱਪ ਕਰ ਜਾਂਦੇ ਨੇ ਸਾਇੰਸਦਾਨ। ਗੁਰੂ ਨਾਨਕ ਸਾਹਿਬ ਚੁੱਪ ਨਹੀਂ ਕਰਦੇ। ਉਹ ਕਹਿੰਦੇ ਵੀ ਅਕਾਲ ਪੁਰਖ ਨੇ ਮੌਨਸੂਨਾਂ ਭੇਜੀਆਂ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ। ਸਾਚੇ ਤੇ ਪਵਨਾ ਭਇਆ, ਪਵਨ ਹਵਾ ਮੌਨਸੂਨ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਉਸ ਮੌਨਸੂਨ ਨਾਲ ਪਾਣੀ ਮੀਂਹ ਪਿਆ, ਔਰ ਜਲ ਤੇ ਤ੍ਰਿਭਵਨ ਸਾਜਿਆ, ਵਿਕਾਸ ਹੋਇਆ, ਘੱਟ ਘੱਟ ਜੋਤ ਸਮੋਏ, ਔਰ ਫਿਰ ਹਰ ਘੱਟ ਵਿੱਚ ਵਾਹਿਗੁਰੂ ਚੌਕੜੀ ਮਾਰ ਕੇ ਬੈਠ। ਇਹ ਵਿਗਿਆਨਕ ਅਗੇਤੀ ਜਾਣਕਾਰੀ ਮੈਂ ਜਿਹੜੀ ਬੇਨਤੀ ਕੀਤੀ ਹੈ। ਹੋਰ ਬੜੇ ਇਸ ਤਰ੍ਹਾਂ ਦੇ ਬਚਨ ਨੇ, ਜਿਸ ਤਰ੍ਹਾਂ ਪਾਤਾਲਾਂ ਪਾਤਾਲ ਲੱਖ, ਅਗਾਸਾਂ ਗਾਸ, ਇਤਿਆਦ ਬੜਾ ਕੁਝ ਉਹ ਸਾਨੂੰ ਗਿਆਨ ਦਿੰਦੇ ਨੇ, ਵਿਗਿਆਨਕ ਪੱਖੋਂ, ਗਿਆਨ ਪੱਖੋਂ, ਔਰ ਹੋਰ ਪਹਿਲੂਆਂ ਤੋਂ, ਧਾਰਮਿਕ ਪਹਿਲੂ ਤੋਂ, ਸਪਿਰਿਚੁਅਲ ਐਂਗਲ ਤੋਂ। ਪਰ ਸਾਰਾ ਗਿਆਨ ਦਿੰਦੇ ਜਾਂਦੇ ਦਿੰਦੇ ਜਾਂਦੇ ਦਿੰਦੇ ਜਾਂਦੇ, ਤੇ ਅਖੀਰ 'ਚ ਕਹਿ ਦਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ। ਉਹਦੀਆਂ ਬੜੀਆਂ ਵਡਿਆਈਆਂ ਨੇ, ਮੈਂ ਨਹੀਂ ਕਹਿ ਸਕਦਾ। ਇਸ ਲਈ ਲਿਖ ਨਾਮ, ਸਲਾਹ ਲਿਖ, ਨਾਮ ਦੀਆਂ ਗੱਲਾਂ ਲਿਖੀ, ਵਾਹਿਗੁਰੂ ਦੀ ਸਿਫਤ ਸਲਾਹ ਲਿਖੀ, ਤੇ ਲਿਖ ਅੰਤ ਨਾ ਪਾਰਾਵਾਰ। ਇਹ ਜ਼ਰੂਰ ਲਿਖ ਦੇਈਂ ਵੀ ਮਾਲਕ ਜੀ ਤੇਰਾ ਕੋਈ ਅੰਤ ਨਹੀਂ, ਤੇਰਾ ਕੋਈ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬੜਾ ਬੇਅੰਤ ਹੈ, ਅਸੀਂ ਮੁਕੰਮਲ ਤੇਰੇ ਬਾਰੇ ਕੁਛ ਨਹੀਂ ਲਿਖ ਸਕਦੇ। ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੈ ਭਾਓ, ਮਸੂ ਤੋਟ ਨਾ ਆਵੀ, ਲੇਖੈ ਪਾਉਣ ਚਲਾਓ, ਪੀ ਤੇਰੀ ਕੀਮਤ ਨਾ ਪਵੇ ਹੋਂ, ਕੇਵਡ ਆਖਾਂ ਨਾਓ। ਪਾਂਦਾ ਜੀ ਜਿਹੜਾ ਮੇਰੇ ਮੈਥ ਦਾ ਫੰਡਾ ਹੈ ਉਹ ਇਹ ਹੈ ਵੀ ਮੋਹ ਨੂੰ ਘਸਾ ਕੇ ਸ਼ਾਹੀ, ਸ੍ਰੇਸ਼ਟ ਮਤ ਦਾ ਕਾਗਜ਼, ਪ੍ਰੇਮ ਦੀ ਕਲਮ, ਤੇ ਚਿੱਤ ਨੂੰ ਲਿਖਾਰੀ ਬਣਾ ਕੇ ਲਿਖਣਾ ਪੈਂਦਾ। ਲਿਖਣਾ ਗੁਰੂ ਨੂੰ ਪੁੱਛ ਕੇ ਹੈ, ਔਰ ਲਿਖਣਾ ਲਿਖ ਨਾਮ, ਲਿਖ ਸਾਲਾ, ਲਿਖ ਲਿਖ ਅੰਤ ਨਾ ਪਾਰਾਵਾਰ। ਆਖ ਲਗੇ ਜੀ ਇਸ ਤਰ੍ਹਾਂ ਮੈਂ ਲਿਖ ਲਾਂ, ਮੈਂ ਮੋਹ ਨੂੰ ਘਸਾ ਕੇ ਸ਼ਾਹੀ ਬਣਾ ਲਾਂ, ਸ੍ਰੇਸ਼ਟ ਮਤ ਦਾ ਕਾਗਜ਼ ਬਣਾ ਲਾਂ, ਪ੍ਰੇਮ ਦੀ ਕਲਮ ਬਣਾ ਲਾਂ, ਔਰ ਚਿੱਤ ਨੂੰ ਲਿਖਾਰੀ ਬਣਾ ਦਿਆਂ, ਗੁਰੂ ਨੂੰ ਪੁੱਛ ਕੇ ਲਿਖਾਂ। ਨਾਨਕ ਜੀ ਇਹ ਦੱਸੋ ਫਿਰ ਹੋਵੇਗਾ ਕੀ? ਫਿਰ ਕੀ ਪ੍ਰਾਪਤ ਹੋਵੇਗਾ? ਆਖਣ ਲੱਗੇ ਬਾਬਾ ਇਹ ਲੇਖਾ ਲਿਖ ਜਾਣ, ਇਹ ਮੈਥ ਸਿੱਖ, ਇਹ ਫੰਡਾ ਸਿੱਖ, ਤੇ ਮੈਂ ਤੈਨੂੰ ਦੱਸਣਾ ਵੀ ਹੋਵੇਗਾ ਕਿ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਸ਼ਬਦ ਹੈ ਨਾ ਜਿਹੜਾ, ਇਹਨੂੰ ਥੋੜਾ ਸਮਝ ਲੈਣਾ। ਹੁਣ ਤੇ ਜਿਹੜੇ ਸਾਡੇ ਸਰੂਪ ਆਉਂਦੇ ਨੇ ਉਹਨਾਂ 'ਚ ਮਾਮੂਲੀ ਜੀਆਂ ਕਿਤੇ ਕਿਤੇ ਕੁਝ ਤਬਦੀਲੀਆਂ ਨੇ। ਪੁਰਾਣੇ ਜਿਹੜੇ ਸਰੂਪ ਨੇ, ਜਿੱਥੋਂ ਜਪਜੀ ਸਾਹਿਬ ਸ਼ੁਰੂ ਹੁੰਦਾ, ਅਸਲ ਗੁਰਬਾਣੀ ਦਾ ਨਾਂ ਹੈ ਜਪ, ਜੱਜਾ ਪੱਪੇ ਨੂੰ ਔਂਕੜ ਜਪ, ਜਪਜੀ ਨਹੀਂ। ਜਪਜੀ ਕਿਉਂ ਪਿਆ? ਕਿਉਂਕਿ ਸਤਿਕਾਰ ਨਾਲ ਜਪ ਦੇ ਨਾਲ ਅਸੀਂ ਜੀ ਲਾਇਆ। ਤੇ ਹੁਣ ਅਸੀਂ ਕਈ ਵਾਰ ਕੀ ਕਹਿੰਦੇ ਆ, ਜਪਜੀ ਜੀ। ਇਹ ਨਹੀਂ ਪਤਾ ਵੀ ਜਪ ਨਾਲ ਜੀ ਤੇ ਪਹਿਲੇ ਲੱਗ ਗਿਆ। ਤੋ ਸਤਿਕਾਰ ਵਜੋਂ ਜੀ ਲਗਾਉਣ 'ਚ ਕੋਈ ਹਰਜ ਨਹੀਂ, ਪਰ